ओशो ਦਾ ਲੈਕਚਰ ਧਿਆਨ ਤੇ ਵਿਧੀਆਂ ਸਹਿਯੋਗੀ ਹਨ ਕਿਉਂਕਿ ਉਹ ਵਿਗਿਆਨਕ ਹੁੰਦੀਆਂ ਹਨ। ਤੁਸੀਂ ਵਿਅਰਥ ਦੀ ਭਟਕਣ ਤੋਂ, ਵਿਅਰਥ ਦੀ ਟੋਣ ਤੋਂ ਬਚ ਜਾਂਦੇ ਹੋ। ਅਤੇ ਜੇ ਤੁਸੀਂ ਕੋਈ ਵਿਧੀ ਨਹੀਂ ਜਾਣਦੇ ਤਾਂ ਦੇਰ ਲਾਓਗੇ। ਕਿਸੇ ਗੁਰੂ ਦੇ ਨਾਲ ਵਿਗਿਆਨਕ ਵਿਧੀਆਂ ਰਾਹੀਂ ਤੁਸੀਂ ਬਹੁਤ ਸਾਰਾ ਸਮਾਂ, ਅਵਸਰ ਅਤੇ ਊਰਜਾ ਬਚਾ ਸਕਦੇ ਹੋ। ਕਈ ਵਾਰ ਤਾਂ ਕੁਛ ਵੀ ਛਿਨਾਂ 'ਚ ਤੁਹਾਡਾ ਇੰਨਾ ਵਿਕਾਸ ਹੋ ਜਾਂਦਾ ਹੈ ਕਿ ਜਨਮਾਂ ਤੀਕ ਇੰਨਾ ਵਿਕਾਸ ਸੰਭਵ ਨਹੀਂ ਹੋ ਸਕਦਾ ਸੀ। ਅਤੇ ਜੇ ਸਹੀ ਵਿਧੀ ਦੀ ਵਰਤੋਂ ਕੀਤੀ ਜਾਏ ਤਾਂ ਵਿਕਾਸ ਦਾ ਵਿਸਫੋਟ ਹੋ ਜਾਂਦਾ ਹੈ। ਫਿਰ ਇਹਨਾਂ ਵਿਧੀਆਂ ਦਾ ਉਪਯੋਗ ਹਜ਼ਾਰਾਂ ਵਰ੍ਹਿਆਂ ਦੇ ਪ੍ਰਯੋਗਾਂ 'ਚ ਹੋਇਆ ਹੈ। ਕਿਸੇ ਇੱਕ ਵਿਅਕਤੀ ਨੇ ਇਹਨਾਂ ਦੀ ਰਚਨਾ ਨਹੀਂ ਸੀ ਕੀਤੀ, ਕਈ ਸਾਧਕਾਂ ਨੇ ਇਹਨਾਂ ਨੂੰ ਰਚਿਆ ਸੀ। ਅਤੇ ਇੱਥੇ ਸਿਰਫ ਸਾਰ ਹੀ ਦਿੱਤਾ ਗਿਆ ਹੈ। ਟੀਚੇ ਤੱਕ ਤੁਸੀਂ ਪਹੁੰਚ ਜਾਓਗੇ ਕਿਉਂਕਿ ਤੁਹਾਡੇ ਅੰਦਰ ਹੀ ਜੀਵਨ ਊਰਜਾ ਤਦ ਤੱਕ ਅੱਗੇ ਵੱਧਦੀ ਰਹੇਗੀ ਜਦ ਤੱਕ ਉਹ ਅਜਿਹੇ ਬਿੰਦੂ 'ਤੇ ਨਾ ਪਹੁੰਚ ਜਾਏ ਜਿੱਥੋਂ ਹੋਰ ਅੱਗੇ ਵਧਣਾ ਸੰਭਵ ਨਹੀਂ ਹੋਏਗਾ। ਉਹ ਸਭ ਤੋਂ ਉੱਚੇ ਸਿਖਰ ਵੱਲ ਵੱਧਦੀ ਚਲੀ ਜਾਏਗੀ। ਇਹੀ ਕਾਰਨ ਹੈ ਕਿ ਵਿਅਕਤੀ ਬਾਰ-ਬਾਰ ਜਨਮ ਲੈਂਦਾ ਰਹਿੰਦਾ ਹੈ। ਤੁਹਾਡੇ 'ਤੇ ਛੱਡ ਦਿੱਤਾ ਜਾਏ ਤਾਂ ਤੁਸੀਂ ਪਹੁੰਚ ਤਾਂ ਜਾਓਗੇ, ਪਰ ਤੁਹਾਨੂੰ ਬਹੁਤ ਲੰਮੀ ਯਾਤਰਾ ਕਰਨੀ ਪਏਗੀ ਅਤੇ ਯਾਤਰਾ ਬਹੁਤ ਕਠਿਨ ਅਤੇ ਅਕਾਉਣ ਵਾਲੀ ਹੋਏਗੀ। ਸਾਰੀਆਂ ਵਿਧੀਆਂ ਸਹਿਯੋਗੀ ਹੋ ਸਕਦੀਆਂ, ਪਰ ਉਹ ਅਸਲ ਵਿੱਚ ਧਿਆਨ ਨਹੀਂ ਹੈ। ਉਹ ਤਾਂ ਹਨੇਰੇ 'ਚ ਟੋਣ ਦੇ ਬਰਾਬਰ ਹੈ। ਕਿਸੇ ਦਿਨ ਅਚਾਨਕ ਕੁਝ ਕਰਦੇ ਹੋਏ ਤੁਸੀਂ ਸਾਕਸ਼ੀ ਹੋ ਜਾਓਗੇ। ਸਕ੍ਰਿਏ ਜਾਂ ਕੁੰਡਲਨੀ ਜਾਂ ਦਰਵੇਸ਼ ਜਿਹਾ ਕੋਈ ਵੀ ਧਿਆਨ ਕਰਦੇ ਹੋਏ ਇੱਕ ਦਿਨ ਅਚਾਨਕ ਧਿਆਨ ਤਾਂ ਚੱਲਦਾ ਰਹੇਗਾ, ਪਰ ਤੁਸੀਂ ਉਸ ਨਾਲ ਜੁੜੇ ਨਹੀਂ ਰਹਿ ਜਾਓਗੇ। ਤੁਸੀਂ ਪਿੱਛੇ ਮੌਨ ਬੈਠੇ ਰਹੋਗੇ, ਉਹਦੇ ਦ੍ਰਿਸ਼ਟਾ ਹੋ ਕੇ। ਉਸ ਦਿਨ ਧਿਆਨ ਵਾਪਰਿਆ, ਉਸ ਦਿਨ ਵਿਧੀ ਨਾ ਰੁਕਾਵਟ ਰਹੀ, ਨਾ ਸਹਾਇਕ ਰਹੀ। ਤੁਸੀਂ ਚਾਹੋ ਤਾਂ ਇੱਕ ਵਰਜਿਸ਼ ਵਾਂਗ ਉਹਦਾ ਆਨੰਦ ਲੈ ਸਕਦੇ ਹੋ। ਉਸ ਨਾਲ ਤੁਹਾਨੂੰ ਇੱਕ ਸ਼ਕਤੀ ਮਿਲਦੀ ਹੈ, ਪਰ ਹੁਣ ਉਹਦੀ ਕੋਈ ਲੋੜ ਨਾ ਰਹੀ। ਅਸਲੀ ਧਿਆਨ ਤਾਂ ਵਾਪਰ ਗਿਆ। ਧਿਆਨ ਹੈ ਗਵਾਹ ਭਾਵ। ਧਿਆਨ ਕਰਨ ਦਾ ਅਰਥ ਹੈ ਗਵਾਹ ਹੋ ਜਾਣਾ। ਧਿਆਨ ਬਿਲਕੁਲ ਵੀ ਕੋਈ ਵਿਧੀ ਨਹੀਂ ਹੈ। ਇਹ ਤੁਹਾਨੂੰ ਬੜਾ ਵਿਰੋਧਾਭਾਸੀ ਲੱਗੇਗਾ ਕਿਉਂਕਿ ਮੈਂ ਤਾਂ ਤੁਹਾਨੂੰ ਵਿਧੀਆਂ ਦੇ ਹੀ ਤੁਰਿਆ ਜਾਂਦਾ। ਪਰਮ ਅਰਥਾਂ ਵਿੱਚ ਧਿਆਨ ਕੋਈ ਵਿਧੀ ਨਹੀਂ ਹੈ। ਧਿਆਨ ਵਿੱਚ ਸਮਝ ਹੈ, ਇੱਕ ਹੋਸ਼ ਹੈ, ਪਰ ਤੁਹਾਨੂੰ ਵਿਧੀਆਂ ਦੀ ਜ਼ਰੂਰਤ ਹੈ ਕਿਉਂਕਿ ਉਹ ਜੋ ਪਰਮ ਸਮਝ ਹੈ ਤੁਹਾਤੋਂ ਬਹੁਤ ਦੂਰ ਹੈ। ਤੁਹਾਡੇ ਅੰਦਰ ਹੀ ਗਹਿਰੇ ਵਿੱਚ ਹੈ, ਪਰ ਫਿਰ ਵੀ ਤੁਹਾਤੋਂ ਬਹੁਤ ਦੂਰ ਹੈ। ਇਸੇ ਛਿਨ 'ਚ ਤੁਸੀਂ ਉਹਨੂੰ ਪਹੁੰਚ ਸਕਦੇ ਹੋ, ਲੇਕਿਨ ਹੋਵੋਗੇ ਨਹੀਂ ਕਿਉਂਕਿ ਤੁਹਾਡਾ ਮਨ ਚੱਲਦਾ ਚਲਿਆ ਜਾਂਦਾ ਹੈ। ਇਸੇ ਛਿਨ ਸੰਭਵ ਹੁੰਦਿਆਂ ਵੀ ਇਹ ਅਸੰਭਵ ਹੈ। ਵਿਧੀਆਂ ਇਸ ਵਕਫੇ ਨੂੰ ਭਰ ਦੇਣਗੀਆਂ। ਉਹ ਵਕਫੇ ਨੂੰ ਭਰਨ ਦੇ ਲਈ ਹੀ ਹਨ। ਸ਼ੁਰੂ 'ਚ ਵਿਧੀਆਂ ਹੀ ਧਿਆਨ ਹੁੰਦੀਆਂ, ਅੰਤ 'ਚ ਤੁਸੀਂ ਹੱਸੋਗੇ ਕਿ ਵਿਧੀਆਂ ਧਿਆਨ ਨਹੀਂ ਹਨ। ਧਿਆਨ ਤਾਂ ਅੰਤਸ ਸੱਤਾ ਦੀ ਇੱਕ ਵੱਖਰੀ ਗੁਣਵੰਤਾ ਹੈ। ਉਹਦਾ ਕਿਸੇ ਚੀਜ਼ ਨਾਲ ਕੋਈ ਲੈਣਾ ਦੇਣਾ ਨਹੀਂ, ਪਰ ਇਹ ਅੰਤ ਵਿੱਚ ਹੀ ਹੋਏਗਾ। ਅਜਿਹਾ ਨਾ ਸੋਚਣਾ ਕਿ ਸ਼ੁਰੂ 'ਚ ਹੀ ਇਹ ਹੋ ਗਿਆ, ਵਰਨਾ ਵਕਫਾ ਕਦੀ ਨਹੀਂ ਭਰ ਸਕੇਗਾ। ਯਤਨ ਨਾਲ ਸ਼ੁਰੂ ਕਰੋ। ਧਿਆਨ ਦੀਆਂ ਵਿਧੀਆਂ ਕਰਮ ਹਨ ਕਿਉਂਕਿ ਤੁਹਾਨੂੰ ਕੁਝ ਕਰਨ ਦੀ ਸਲਾਹ ਦਿੱਤੀ ਗਈ ਹੈ। ਧਿਆਨ ਕਰਨਾ ਵੀ ਕੁਝ ਕਰਨਾ ਹੈ, ਮੌਨ ਬੈਠਣਾ ਵੀ ਕੁਝ ਕਰਨਾ ਹੈ, ਕੁਝ ਨਾ ਕਰਨਾ ਵੀ ਇੱਕ ਤਰ੍ਹਾਂ ਦਾ ਕਰਨਾ ਹੈ। ਬਾਹਰਲੇ ਰੂਪ ਨਾਲ ਸਾਰੀਆਂ ਧਿਆਨ ਵਿਧੀਆਂ ਕਰਮ ਹਨ, ਲੇਕਿਨ ਗਹਿਰੇ 'ਚੋਂ ਕਰਮ ਨਹੀਂ ਹਨ ਕਿਉਂਕਿ ਜੇ ਤੁਸੀਂ ਉਹਨਾਂ 'ਚ ਸਫਲ ਹੋ ਜਾਓ ਤਾਂ ਕਰਮ ਖਤਮ ਹੋ ਜਾਂਦਾ ਹੈ। ਸ਼ੁਰੂ 'ਚ ਅਜਿਹਾ ਲੱਗਦਾ ਹੈ ਕਿ ਯਤਨ ਹੋ ਰਿਹਾ ਹੈ, ਪਰ ਉਸ ਵਿੱਚ ਤੁਸੀਂ ਸਫਲ ਹੋ ਜਾਓ ਤਾਂ ਯਤਨ ਵਿਦਾ ਹੋ ਜਾਂਦਾ ਹੈ। ਸਭ ਕੁਝ ਸਵੈ, ਫੁਰਤ ਅਤੇ ਯਤਨ ਰਹਿਤ ਹੋ ਜਾਂਦਾ ਹੈ। ਜੇ ਤੁਸੀਂ ਉਸ 'ਚ ਸਫਲ ਹੋ ਜਾਓ ਤਾਂ ਫਿਰ ਉਹ ਕਰਮ ਨਹੀਂ ਰਹਿੰਦਾ। ਫਿਰ ਤੁਹਾਡੀ ਤਰਫੋਂ ਕਿਸੇ ਯਤਨ ਦੀ ਜ਼ਰੂਰਤ ਨਹੀਂ ਹੈ। ਉਹ ਤੁਹਾਡੇ ਸਾਹ ਦੇ ਆਉਣ ਜਾਣ ਵਾਂਗ ਹੋ ਜਾਂਦਾ ਹੈ। ਲੇਕਿਨ ਸ਼ੁਰੂ 'ਚ ਤਾਂ ਯਤਨ ਹੋਏਗਾ ਹੀ ਕਿਉਂਕਿ ਮਨ ਅਜਿਹਾ ਕੁਝ ਵੀ ਨਹੀਂ ਕਰ ਸਕਦਾ ਜਿਸ 'ਚ ਯਤਨ ਨਾ ਹੋਵੇ। ਤੁਸੀਂ ਕਿਸੇ ਚੀਜ਼ ਨੂੰ ਯਤਨ ਰਹਿਤ ਦੱਸ ਦਿਓ ਤਾਂ ਪੂਰੀ ਗੱਲ ਹੀ ਵਿਅਰਥ ਦਿਸਣ ਲੱਗਦੀ ਹੈ। ਚੇਨ ਵਿੱਚ ਜਿੱਥੇ ਯਤਨ ਰਹਿਤਤਾ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ, ਗੁਰੂ ਆਪਣੇ ਸ਼ਿਸ਼ਾਂ ਨੂੰ ਕਹਿੰਦੇ ਹੈ ਬੈਠ ਭਰ ਰਹੋ, ਕੁਝ ਕਰੋ ਨਾ, ਅਤੇ ਸ਼ਿਸ਼ ਯਤਨ ਕਰਦਾ ਹੈ। ਯਕੀਨਨ ਹੀ ਯਤਨ ਦੇ ਇਲਾਵਾ ਹੋਰ ਤੁਸੀਂ ਕਰ ਵੀ ਕੀ ਸਕਦੇ ਹੋ। ਸ਼ੁਰੂ ਵਿੱਚ ਯਤਨ ਵੀ ਹੋਏਗਾ, ਕਰਮ ਵੀ ਹੋਏਗਾ, ਲੇਕਿਨ ਸ਼ੁਰੂ ਵਿੱਚ ਹੀ ਲਾਜ਼ਿਮ ਬੁਰਾਈ ਵਾਂਗ
ਤੁਹਾਨੂੰ ਲਗਾਤਾਰ ਚੇਤਾ ਰੱਖਣਾ ਹੋਏਗਾ ਕਿ ਤੁਸੀਂ ਉਹਦੇ ਪਾਰ ਜਾਣਾ ਹੈ। ਇੱਕ ਛਿਨ ਅਜਿਹਾ ਆਉਣਾ ਹੀ ਚਾਹੀਦਾ ਹੈ ਜਦ ਤੁਸੀਂ ਧਿਆਨ ਦੇ ਲਈ ਕੁਝ ਵੀ ਨਹੀਂ ਕਰ ਰਹੇ ਹੋ, ਬਸ ਵਿਸ਼ਰਾਮਪੂਰਨ ਮੌਜੂਦਗੀ ਭਰੋ ਅਤੇ ਧਿਆਨ ਵਾਪਰ ਜਾਂਦਾ। ਬਸ ਬੈਠੇ ਰਹੋ ਜਾਂ ਖੜੇ ਰਹੋ, ਧਿਆਨ ਹੋ ਜਾਂਦਾ ਹੈ। ਕੁਝ ਵੀ ਨਾ ਕਰੋ, ਬਸ ਜਾਗੇ ਰਹੋ, ਧਿਆਨ ਹੋ ਜਾਂਦਾ ਹੈ। ਇਹ ਸਭ ਧਿਆਨ ਵਿਧੀਆਂ ਤੁਹਾਨੂੰ ਇੱਕ ਯਤਨ ਰਹਿਤ ਅਵਸਥਾ ਤੱਕ ਲੈ ਜਾਣ ਦੇ ਲਈ ਹਨ। ਅੰਤਰ ਰੂਪ ਪਰਤਣ, ਅੰਤਰ ਅਹਿਸਾਸ ਯਤਨ ਦੇ ਦੁਆਰਾ ਨਹੀਂ ਹੋ ਸਕਦਾ, ਕਿਉਂਕਿ ਯਤਨ ਇੱਕ ਤਰ੍ਹਾਂ ਦਾ ਤਣਾਅ ਹੈ। ਯਤਨ 'ਚ ਤੁਸੀਂ ਬਿਲਕੁਲ ਵਿਸ਼ਰਾਮਪੂਰਨ ਨਹੀਂ ਹੋ ਸਕਦੇ। ਯਤਨ ਹੀ ਰੁਕਾਵਟ ਬਣ ਜਾਏਗਾ। ਇਸ ਪਿੱਠ ਭੂਮੀ ਨੂੰ ਬੁੱਧੀ 'ਚ ਰੱਖ ਕੇ ਜੇ ਤੁਸੀਂ ਯਤਨ ਕਰੋ ਤਾਂ ਹੌਲੀ ਹੌਲੀ ਤੁਸੀਂ ਯਤਨ ਛੱਡਣ ਵਿੱਚ ਸਮਰੱਥ ਹੋ ਜਾਓਗੇ। ਇਹ ਵਿਧੀਆਂ ਸਰਲ ਹਨ। ਇਹ ਸਭ ਵਿਧੀਆਂ ਜਿਨ੍ਹਾਂ ਦੀ ਅਸੀਂ ਚਰਚਾ ਕਰਾਂਗੇ ਕਿਸੇ ਅਜਿਹੇ ਵਿਅਕਤੀ ਵੱਲੋਂ ਹੀ ਦੱਸੀਆਂ ਗਈਆਂ ਜਿਹੜਾ ਪਹੁੰਚ ਗਿਆ ਹੋਵੇ। ਇਹਨੂੰ ਚੇਤੇ ਰੱਖਣਾ, ਇਹ ਬਹੁਤ ਸਰਲ ਲੱਗਣਗੀਆਂ। ਸਰਲ ਉਹ ਹਨ ਵੀ। ਸਾਡੇ ਮਨ ਨੂੰ ਇੰਨੀਆਂ ਸਰਲ ਚੀਜ਼ਾਂ ਆਕਰਸ਼ਿਤ ਨਹੀਂ ਕਰ ਸਕਦੀਆਂ, ਕਿਉਂਕਿ ਜੇ ਵਿਧੀਆਂ ਇੰਨੀਆਂ ਸਰਲ ਹੋਣ ਅਤੇ ਨਿਵਾਸ ਇੰਨਾ ਨੇੜੇ ਹੋਵੇ ਅਤੇ ਘਰ ਇੰਨਾ ਨਜ਼ਦੀਕ ਹੋਵੇ ਤਾਂ ਤੁਸੀਂ ਖੁਦ ਨੂੰ ਹੀ ਹਾਸੋਹੀਣੇ ਲੱਗੋਗੇ ਕਿ ਫਿਰ ਤੁਸੀਂ ਉਹਨੂੰ ਖੁੰਝ ਕਿਵੇਂ ਰਹੇ ਸੀ। ਆਪਣੇ ਹੀ ਹੰਕਾਰ ਦੀ ਹਾਸੋਹੀਣਤਾ ਨੂੰ ਮਹਿਸੂਸ ਕਰਨ ਦੀ ਬਜਾਏ ਤੁਸੀਂ ਸੋਚੋਗੇ ਕਿ ਅਜਿਹੀਆਂ ਸਰਲ ਵਿਧੀਆਂ ਸਹਿਯੋਗ ਨਹੀਂ ਦੇ ਸਕਦੀਆਂ। ਇਹ ਇੱਕ ਛਲਾਵਾ ਹੈ। ਤੁਹਾਡਾ ਮਨ ਤੁਹਾਨੂੰ ਕਹੇਗਾ ਕਿ ਇਹ ਸਰਲ ਵਿਧੀਆਂ ਕਿਸੇ ਕੰਮ ਦੀਆਂ ਨਹੀਂ ਹੋ ਸਕਦੀਆਂ, ਕਿ ਉਹ ਇੰਨੀਆਂ ਸਰਲ ਹੈ, ਉਹਨਾਂ ਨਾਲ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਭਗਵਤਾ ਨੂੰ ਹਾਸਲ ਕਰਨ ਲਈ, ਪੂਰਨ ਅਤੇ ਪਰਮ ਨੂੰ ਪਾਉਣ ਲਈ ਇੰਨੀਆਂ ਸਰਲ ਵਿਧੀਆਂ ਦੀ ਵਰਤੋਂ ਕਿਵੇਂ ਹੋ ਸਕਦੀ ਹੈ? ਉਹ ਕਿਵੇਂ ਸਹਿਯੋਗੀ ਹੋ ਸਕਦੀਆਂ? ਤੁਹਾਡਾ ਹੰਕਾਰ ਕਹੇਗਾ ਉਹ ਕਿਸੇ ਕੰਮ ਦੀਆਂ ਨਹੀਂ ਹੋਣਗੀਆਂ। ਇੱਕ ਗੱਲ ਚੇਤੇ ਰੱਖੋ, ਹੰਕਾਰ ਦੀ ਰੁਚੀ ਹਮੇਸ਼ਾ ਕਠਨ ਵਿੱਚ ਹੁੰਦੀ ਹੈ, ਕਿਉਂਕਿ ਜਦ ਕੁਝ ਕਠਨ ਹੁੰਦਾ ਹੈ ਤਾਂ ਉਸ ਵਿੱਚ ਇੱਕ ਚੁਣੌਤੀ ਹੁੰਦੀ ਹੈ। ਜੇ ਤੁਸੀਂ ਕਠਿਨਾਈ ਦੇ ਪਾਰ ਜਾ ਸਕੋ ਤਾਂ ਤੁਹਾਡਾ ਹੰਕਾਰ ਤ੍ਰਿਪਤ ਮਹਿਸੂਸ ਕਰੇਗਾ। ਹੰਕਾਰ ਕਦੇ ਵੀ ਸਰਲ ਵੱਲ ਨੂੰ ਖਿੱਚਿਆ ਨਹੀਂ ਜਾਂਦਾ, ਕਦੇ ਵੀ ਨਹੀਂ। ਜੇ ਤੁਸੀਂ ਆਪਣੇ ਹੰਕਾਰ ਨੂੰ ਚੁਣੌਤੀ ਦੇਣਾ ਚਾਹੋ ਤਾਂ ਤੁਹਾਨੂੰ ਕਠਿਨ ਉਪਾਅ ਭਾਲਣਾ ਪਏਗਾ। ਜੇ ਕੁਝ ਸਰਲ ਹੋਵੇ ਤਾਂ ਉਸ ਵਿੱਚ ਕੋਈ ਕਸ਼ਿਸ਼ ਨਹੀਂ ਹੋਏਗੀ, ਕਿਉਂਕਿ ਤੁਸੀਂ ਉਹਨੂੰ ਜਿੱਤ ਵੀ ਲਓ ਤਾਂ ਹੰਕਾਰ ਦੀ ਤ੍ਰਿਪਤੀ ਨਹੀਂ ਹੋ ਸਕਦੀ। ਪਹਿਲੀ ਗੱਲ, ਜਿੱਤਣ ਦੇ ਲਈ ਕੁਝ ਸੀ ਹੀ ਨਹੀਂ। ਇੰਨੀ ਸਰਲ ਗੱਲ ਸੀ। ਹੰਕਾਰ ਕਠਿਨਾਈਆਂ ਦੀ ਮੰਗ ਕਰਦਾ ਹੈ, ਕੁਝ ਰੁਕਾਵਟਾਂ ਜਿਨ੍ਹਾਂ ਨੂੰ ਪਾਰ ਕਰਨਾ ਪਵੇ, ਕੁਝ ਸਿਖਰ ਜਿਨ੍ਹਾਂ ਨੂੰ ਜਿੱਤਣਾ ਪਵੇ। ਜਿੰਨਾ ਦੁਰਗਮ ਸਿਖਰ ਹੋਏਗਾ ਓਨੀ ਤੁਹਾਡੇ ਹੰਕਾਰ ਨੂੰ ਤ੍ਰਿਪਤੀ ਹੋਏਗੀ, ਕਿਉਂਕਿ ਇਹ ਵਿਧੀਆਂ ਇੰਨੀਆਂ ਸਰਲ ਹਨ। ਉਹਨਾਂ 'ਚ ਤੁਹਾਡੇ ਮਨ ਦੇ ਲਈ ਕੋਈ ਆਕਰਸ਼ਣ ਨਹੀਂ ਹੋਏਗਾ। ਚੇਤੇ ਰੱਖੋ, ਤੁਹਾਡੇ ਹੰਕਾਰ ਨੂੰ ਜੋ ਆਕਰਸ਼ਿਤ ਕਰੇ ਉਹ ਤੁਹਾਡੇ ਅਧਿਆਤਮਕ ਵਿਕਾਸ ਦੇ ਲਈ ਸਹਿਯੋਗੀ ਨਹੀਂ ਹੋ ਸਕਦਾ। ਇਹ ਵਿਧੀਆਂ ਇੰਨੀਆਂ ਸਰਲ ਹੈ ਕਿ ਤੁਸੀਂ ਨਿਰਣਾ ਕਰ ਲਓ ਕਿ ਕਿਸੇ ਵੀ ਛਿਨ ਉਹ ਸਭ ਹਾਸਲ ਕਰ ਲੈ ਸਕਦੇ ਹੋ ਜੋ ਮਨੁੱਖੀ ਚੇਤਨਾ ਦੇ ਲਈ ਸੰਭਵ ਹੈ। ਪਹਿਲਾਂ ਵਿਧੀ ਨੂੰ ਸਮਝ ਲਓ। ਮੈਂ ਇੱਕ ਬਿਰਧ ਡਾਕਟਰ ਦੇ ਬਾਰੇ ਸੁਣਿਆ ਹੈ। ਇੱਕ ਦਿਨ ਉਹਦੇ ਸਹਿਯੋਗੀ ਨੇ ਉਹਨੂੰ ਫੋਨ ਕੀਤਾ ਕਿਉਂਕਿ ਉਹ ਬੜੀ ਕਠਿਨਾਈ 'ਚ ਸੀ। ਉਹਦੇ ਮਰੀਜ਼ ਦਾ ਦਮ ਘੁੱਟਿਆ ਜਾ ਰਿਹਾ ਸੀ। ਇੱਕ ਬਿਲੀਅਰਡ ਦੀ ਗੇਂਦ ਉਹਦੇ ਗਲੇ 'ਚ ਫਸ ਗਈ ਸੀ। ਸਹਿਯੋਗੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕਰਨਾ ਹੈ। ਉਹਨੇ ਡਾਕਟਰ ਤੋਂ ਪੁੱਛਿਆ, ਹੁਣ ਮੈਂ ਕੀ ਕਰਾਂ? ਡਾਕਟਰ ਨੇ ਕਿਹਾ, ਮਰੀਜ਼ ਨੂੰ ਕਿਸੇ ਖੰਭ ਨਾਲ ਕੁੱਤੀ ਕਰੋ। ਕੁਝ ਮਿੰਟ ਪਿੱਛੋਂ ਸਹਿਯੋਗੀ ਨੇ ਬੜਾ ਖੁਸ਼ ਹੁੰਦੇ ਫੋਨ ਕੀਤਾ, ਤੁਹਾਡਾ ਇਲਾਜ ਬਹੁਤ ਵਧੀਆ ਸਿੱਧ ਹੋਇਆ। ਮਰੀਜ਼ ਹੱਸਣ ਲੱਗਾ ਅਤੇ ਗੇਂਦ ਬਾਹਰ ਆ ਗਈ। ਪਰ ਮੈਨੂੰ ਤੁਸੀਂ ਦੱਸੋ, ਤੁਸੀਂ ਇਹ ਬੇਮਿਸਾਲ ਵਿਧੀ ਕਿੱਥੋਂ ਸਿੱਖੀ ਹੈ? ਡਾਕਟਰ ਬੋਲਿਆ, ਇਹ ਤਾਂ ਮੈਂ ਹੀ ਬਣਾਈ ਹੈ। ਮੇਰਾ ਹਮੇਸ਼ਾ ਤੋਂ ਇਹੀ ਉਦੇਸ਼ ਰਿਹਾ ਹੈ, ਜਦ ਤੁਹਾਨੂੰ ਪਤਾ ਨਾ ਲੱਗੇ ਕੀ ਕਰਨਾ ਤਾਂ ਕੁਝ ਵੀ ਕਰੋ। ਲੇਕਿਨ ਜਿੱਥੋਂ ਤੱਕ ਧਿਆਨ ਦਾ ਸੰਬੰਧ ਹੈ, ਇਹ ਨਹੀਂ ਚੱਲਣਾ। ਜਦ ਤੁਹਾਨੂੰ ਨਹੀਂ ਪਤਾ ਕਿ ਕੀ ਕਰਨਾ ਤਾਂ ਕੁਝ ਵੀ ਨਾ ਕਰੋ। ਮਨ ਬਹੁਤ ਦੁਰਬੋਧ, ਜਟਿਲ ਤੇ ਕੋਮਲ ਹੈ। ਜੇ ਤੁਹਾਨੂੰ ਨਹੀਂ ਪਤਾ ਕਿ ਕੀ ਕਰਨਾ ਤਾਂ ਕੁਝ ਵੀ ਨਾ ਕਰਨਾ ਬਿਹਤਰ ਹੈ, ਕਿਉਂਕਿ ਬਿਨਾਂ ਜਾਣੇ ਤੁਸੀਂ ਜੋ ਵੀ ਕਰੋਗੇ ਉਹ ਸੁਲਝਾਉਣ ਦੀ ਬਜਾਏ ਹੋਰ ਜਟਿਲਤਾਵਾਂ ਤਿਆਰ ਕਰੇਗਾ। ਉਹ ਘਾਤਕ ਵੀ ਸਿੱਧ ਹੋ ਸਕਦਾ, ਆਤਮਘਾਤੀ ਵੀ ਸਿੱਧ ਹੋ ਸਕਦਾ ਹੈ। ਜੇ ਤੁਸੀਂ ਮਨ ਦੇ ਵਿਸ਼ੇ 'ਚ ਕੁਝ ਨਹੀਂ ਜਾਣਦੇ ਤੇ ਅਸਲ 'ਚ ਤੁਸੀਂ ਉਹਦੇ ਬਾਰੇ ਕੁਝ ਵੀ ਨਹੀਂ ਜਾਣਦੇ। ਮਨ ਤਾਂ ਮਹਿਜ਼ ਇੱਕ ਸ਼ਬਦ ਹੈ, ਤੁਸੀਂ ਉਹਦੀ ਜਟਿਲਤਾ ਨੂੰ ਨਹੀਂ ਜਾਣਦੇ। ਮਨ ਵਜੂਦ ਦੀ ਸਭ ਤੋਂ ਜਟਿਲ ਚੀਜ਼ ਹੈ। ਉਹਦੇ ਤੁਲ ਹੋਰ ਕੁਝ ਵੀ ਨਹੀਂ ਹੈ ਅਤੇ ਮਨ ਸਭ ਤੋਂ ਕੋਮਲ ਵੀ ਹੈ। ਤੁਸੀਂ ਉਹਨੂੰ ਨਸ਼ਟ
ਕਰ ਲੈ ਸਕਦੇ ਹੋ। ਤੁਸੀਂ ਕੁਝ ਅਜਿਹਾ ਕਰ ਸਕਦੇ ਹੋ ਜਿਹਨੂੰ ਫਿਰ ਅਣਕੀਤਾ ਨਾ ਕੀਤਾ ਜਾ ਸਕੇ। ਇਹ ਵਿਧੀਆਂ ਬਹੁਤ ਹੀ ਗਹਿਰੇ ਅਨੁਭਵਾਂ ਉੱਤੇ ਮਨੁੱਖੀ ਮਨ ਦੇ ਇੱਕ ਬੇਹੱਦ ਗਹਿਰੇ ਸਾਖਿਆਤਕਾਰ 'ਤੇ ਆਧਾਰਿਤ ਹਨ। ਹਰ ਵਿਧੀ ਬਹੁਤ ਲੰਮੇ ਪ੍ਰਯੋਗ 'ਤੇ ਆਧਾਰਿਤ ਹੈ। ਇਹਨੂੰ ਯਾਦ ਰੱਖਣਾ। ਆਪਣੇ ਆਪ ਕੁਝ ਵੀ ਨਾ ਕਰੋ ਅਤੇ ਦੋ ਵਿਧੀਆਂ ਨੂੰ ਰਲਾਓ ਨਾ, ਕਿਉਂਕਿ ਉਹਨਾਂ ਦੀਆਂ ਕਾਰਜ ਸ਼ੈਲੀਆਂ ਭਿੰਨ ਹਨ, ਉਹਨਾਂ ਦੇ ਰਸਤੇ ਭਿੰਨ ਹਨ, ਉਹਨਾਂ ਦੇ ਆਧਾਰ ਭਿੰਨ ਹਨ। ਉਹ ਇੱਕ ਹੀ ਟੀਚੇ 'ਤੇ ਪਹੁੰਚਾਉਂਦੀਆਂ ਹੈ, ਪਰ ਸਾਧਨ ਦੀ ਤਰ੍ਹਾਂ ਉਹ ਭਿੰਨ ਹੈ। ਕਈ ਵਾਰ ਤਾਂ ਬਿਲਕੁਲ ਉਲਟ ਹੋ ਸਕਦੀਆਂ। ਤਾਂ ਦੋ ਵਿਧੀਆਂ ਨੂੰ ਰਲਾਓ ਨਾ। ਅਸਲ 'ਚ ਕੁਛ ਵੀ ਨਾ ਰਲਾਓ। ਵਿਧੀ ਜਿਸ ਤਰ੍ਹਾਂ ਦਿੱਤੀ ਗਈ ਉਵੇਂ ਹੀ ਉਹਦਾ ਉਪਯੋਗ ਕਰੋ। ਉਸ ਵਿੱਚ ਤਬਦੀਲੀ ਨਾ ਕਰੋ, ਸੁਧਾਰ ਨਾ ਕਰੋ, ਕਿਉਂਕਿ ਤੁਸੀਂ ਉਸ 'ਚ ਸੁਧਾਰ ਨਹੀਂ ਕਰ ਸਕਦੇ ਅਤੇ ਕੋਈ ਵੀ ਬਦਲਾਅ ਤੁਸੀਂ ਕਰੋਗੇ ਉਹ ਘਾਤਕ ਹੋਏਗਾ। ਇਸ ਤੋਂ ਪਹਿਲਾਂ ਕਿ ਤੁਸੀਂ ਕੋਈ ਵਿਧੀ ਸ਼ੁਰੂ ਕਰੋ, ਇਹ ਭਲੀ ਭਾਂਤ ਜਾਣ ਲਓ ਕਿ ਤੁਸੀਂ ਉਹਨੂੰ ਸਮਝ ਗਏ ਹੋ। ਜੇ ਤੁਹਾਨੂੰ ਕੁਝ ਸ਼ੱਕ ਹੋਵੇ, ਲੱਗੇ ਕਿ ਅਜੇ ਤੱਕ ਤੁਸੀਂ ਠੀਕ ਤਰ੍ਹਾਂ ਨਹੀਂ ਜਾਣਦੇ ਕਿ ਵਿਧੀ ਕੀ ਹੈ, ਤਾਂ ਉਹਨੂੰ ਨਾ ਕਰਨਾ ਬਿਹਤਰ ਹੋਏਗਾ, ਕਿਉਂਕਿ ਹਰ ਵਿਧੀ ਤੁਹਾਡੇ ਵਿੱਚ ਇੱਕ ਕ੍ਰਾਂਤੀ ਲੈ ਆਉਣ ਦੇ ਲਈ ਹੈ। ਪਹਿਲਾਂ ਵਿਧੀ ਨੂੰ ਬਿਲਕੁਲ ਸਹੀ ਢੰਗ ਨਾਲ ਸਮਝਣ ਦਾ ਯਤਨ ਕਰੋ। ਜਦ ਤੁਸੀਂ ਉਹਨੂੰ ਸਮਝ ਲਓ ਤਦੇ ਕਰੋ, ਅਤੇ ਉਸ ਬਿਰਧ ਡਾਕਟਰ ਦੇ ਆਦਰਸ਼ ਨੂੰ ਨਾ ਅਪਣਾਉਣਾ ਕਿ ਜਦ ਤੁਹਾਨੂੰ ਇਹ ਪਤਾ ਨਾ ਹੋਵੇ ਕਿ ਕੀ ਕਰਨਾ ਹੈ ਤਾਂ ਕੁਛ ਵੀ ਕਰੋ। ਨਹੀਂ, ਕੁਛ ਵੀ ਨਾ ਕਰੋ। ਨਾ ਕਰਨਾ ਵਧੇਰੇ ਲਾਭਕਾਰੀ ਹੋਏਗਾ। ਸਹੀ ਵਿਧੀ ਦਾ ਬੋਧ। ਅਸਲ 'ਚ ਜਦ ਤੁਸੀਂ ਸਹੀ ਵਿਧੀ 'ਚ ਉਤਰੋਗੇ ਤਾਂ ਉਹਦਾ ਉਸੇ ਵੇਲੇ ਪਤਾ ਲੱਗ ਜਾਏਗਾ। ਮੈਂ ਤਾਂ ਰੋਜ਼ਾਨਾ ਇੱਥੇ ਵਿਧੀਆਂ ਦੀ ਚਰਚਾ ਕਰਦਾ ਰਹਾਂਗਾ। ਤੁਸੀਂ ਉਹਨਾਂ ਨੂੰ ਕਰਕੇ ਦੇਖਦੇ ਰਹੋ। ਬਸ ਉਹਨਾਂ ਨਾਲ ਖੇਡੋ, ਪਰ ਘਰ ਜਾਓ, ਉਹਨਾਂ ਨੂੰ ਕਰਕੇ ਦੇਖੋ। ਜਦ ਵੀ ਸਹੀ ਵਿਧੀ 'ਚ ਤੁਹਾਡਾ ਉਤਰਨਾ ਹੋਏਗਾ ਉਹਦਾ ਪਤਾ ਲੱਗ ਜਾਏਗਾ। ਕੁਝ ਤੁਹਾਡੇ 'ਚ ਫੁੱਟਦਾ ਹੈ। ਤੁਸੀਂ ਜਾਂਦੇ ਹੋ ਕਿ ਇਹੀ ਮੇਰੇ ਲਈ ਸਹੀ ਵਿਧੀ ਹੈ, ਪਰ ਯਤਨ ਚਾਹੀਦਾ ਹੈ ਅਤੇ ਕਿਸੇ ਦਿਨ ਸ਼ਾਇਦ ਅਚਾਨਕ ਤੁਸੀਂ ਹੈਰਾਨ ਰਹਿ ਜਾਓ ਕਿ ਵਿਧੀ ਨੇ ਤੁਹਾਨੂੰ ਘੇਰ ਲਿਆ। ਮੈਂ ਦੇਖਿਆ ਜਦ ਤੁਸੀਂ ਖੇਡ ਪੂਰਨ ਹੁੰਦੇ ਹੋ ਤਾਂ ਤੁਹਾਡਾ ਮਨ ਵਧੇਰੇ ਖੁੱਲ੍ਹਾ ਹੁੰਦਾ ਹੈ। ਜਦ ਤੁਸੀਂ ਗੰਭੀਰ ਹੁੰਦੇ ਹੋ ਤੁਹਾਡਾ ਮਨ ਇੰਨਾ ਖੁੱਲ੍ਹਾ ਨਹੀਂ ਹੁੰਦਾ, ਬੰਦ ਹੁੰਦਾ। ਤਾਂ ਬਸ ਖੇਡੋ, ਬਹੁਤੇ ਗੰਭੀਰ ਨਾ ਹੋ, ਬਸ ਖੇਡੋ। ਇਹ ਵਿਧੀਆਂ ਸਰਲ ਹਨ, ਤੁਸੀਂ ਇਹਨਾਂ ਨਾਲ ਖੇਡ ਸਕਦੇ ਹੋ। ਇੱਕ ਵਿਧੀ ਲੈ ਲਓ, ਉਹਦੇ ਨਾਲ ਘੱਟ ਤੋਂ ਘੱਟ 3 ਦਿਨ ਖੇਡੋ। ਜੇ ਉਹ ਤੁਹਾਨੂੰ ਇੱਕ ਸੁਰਤਾ ਦਾ ਕੋਈ ਭਾਵ ਦਿੰਦੀ ਹੈ, ਮੰਗਲਦਾਈ ਹੋਣ ਦਾ ਕੋਈ ਭਾਵ ਦਿੰਦੀ ਹੈ, ਜੇ ਤੁਹਾਨੂੰ ਅਜਿਹਾ ਲੱਗੇ ਕਿ ਤੁਹਾਡੇ ਲਈ ਹੀ ਹੈ, ਤਾਂ ਉਹਦੇ ਪ੍ਰਤੀ ਗੰਭੀਰ ਹੋਣਾ। ਫਿਰ ਬਾਕੀ ਵਿਧੀਆਂ ਨੂੰ ਭੁੱਲ ਜਾਓ। ਦੂਜੀਆਂ ਵਿਧੀਆਂ ਨਾਲ ਨਾ ਖੇਡੋ। ਘੱਟੋ ਘੱਟ 3 ਮਹੀਨੇ ਦੇ ਲਈ ਉਹਨੂੰ ਜਾਰੀ ਰੱਖੋ। ਚਮਤਕਾਰ ਵਾਪਰ ਸਕਦੇ ਹਨ। ਇੱਕ ਹੀ ਗੱਲ ਹੈ ਕਿ ਵਿਧੀ ਤੁਹਾਡੇ ਲਈ ਹੀ ਹੋਵੇ। ਵਿਧੀ ਤੁਹਾਡੇ ਲਈ ਨਾ ਹੋਵੇ ਤਾਂ ਕੁਝ ਵੀ ਨਹੀਂ ਹੁੰਦਾ। ਫਿਰ ਜਨਮਾਂ ਜਨਮਾਂ ਤੱਕ ਤੁਸੀਂ ਉਹਨੂੰ ਸਾਧਦੇ ਰਹੋ, ਕੁਛ ਵੀ ਨਹੀਂ ਹੋਏਗਾ। ਵਿਧੀ ਤੁਹਾਡੇ ਲਈ ਹੋਵੇ ਤਾਂ 3 ਮਿੰਟ ਵੀ ਕਾਫੀ ਹਨ। ਵਿਧੀ ਨੂੰ ਛੱਡਣਾ ਕਦੋਂ ਹੈ? ਸਾਰੇ ਗੁਰੂ ਕਹਿੰਦੇ ਆ ਕਿ ਇੱਕ ਦਿਨ ਤੁਹਾਨੂੰ ਵਿਧੀ ਛੱਡਣੀ ਹੋਏਗੀ। ਜਿੰਨੀ ਛੇਤੀ ਤੁਸੀਂ ਉਹਨੂੰ ਛੱਡ ਦਿਓ ਓਨਾ ਹੀ ਚੰਗਾ ਹੈ। ਜਿਸ ਛਿਣ ਤੁਸੀਂ ਪਹੁੰਚ ਜਾਓ, ਜਿਸ ਘੜੀ ਤੁਹਾਡੇ 'ਚ ਹੋਸ਼ ਜਾਗ ਜਾਏ, ਉਸੇ ਵੇਲੇ ਵਿਧੀ ਨੂੰ ਛੱਡ ਦਿਓ। ਬੁੱਧ ਇੱਕ ਕਹਾਣੀ ਬਾਰ-ਬਾਰ ਕਿਹਾ ਕਰਦੇ ਸੀ। 5 ਮੂਰਖ ਇੱਕ ਪਿੰਡ 'ਚ ਦੀ ਲੰਘੇ। ਉਹਨਾਂ ਨੂੰ ਦੇਖ ਕੇ ਸਾਰੇ ਹੈਰਾਨ ਸੀ, ਕਿਉਂਕਿ ਉਹ ਆਪਣੇ ਸਿਰ 'ਤੇ ਇੱਕ ਕਿਸ਼ਤੀ ਨੂੰ ਢੋ ਰਹੇ ਸੀ। ਕਿਸ਼ਤੀ ਸੱਚਮੁੱਚ ਵੱਡੀ ਸੀ। ਉਹਦੇ ਬੋਝ ਹੇਠੋਂ ਮਰਦੇ ਜਾ ਰਹੇ ਸੀ। ਲੋਕਾਂ ਨੇ ਪੁੱਛਿਆ, ਤੁਸੀਂ ਕਰ ਕੀ ਰਹੇ ਹੋ? ਉਹ ਬੋਲੇ, ਇਸ ਕਿਸ਼ਤੀ ਨੂੰ ਅਸੀਂ ਨਹੀਂ ਛੱਡ ਸਕਦੇ। ਇਸੇ ਕਿਸ਼ਤੀ ਨੇ ਸਾਨੂੰ ਉਸ ਕੰਢੇ ਤੋਂ ਇਸ ਕੰਢੇ ਆਉਣ 'ਚ ਮਦਦ ਦਿੱਤੀ ਹੈ। ਇਹਨੂੰ ਅਸੀਂ ਕਿਵੇਂ ਛੱਡ ਸਕਦੇ? ਇਹਦੇ ਕਾਰਨ ਤਾਂ ਅਸੀਂ ਇੱਥੇ ਪਹੁੰਚ ਸਕੇ ਹਾਂ। ਇਹਦੇ ਬਿਨਾਂ ਤਾਂ ਅਸੀਂ ਦੂਜੇ ਕੰਢੇ 'ਤੇ ਹੀ ਮਰ ਗਏ ਹੁੰਦੇ। ਰਾਤ ਪੈਣ ਵਾਲੀ ਸੀ। ਉਸ ਕੰਢੇ 'ਤੇ ਜੰਗਲੀ ਜਾਨਵਰ ਸਨ। ਇਹ ਬਿਲਕੁਲ ਪੱਕਾ ਹੀ ਸੀ ਕਿ ਸਵੇਰੇ ਤੱਕ ਅਸੀਂ ਮਰ ਗਏ ਹੁੰਦੇ। ਇਸ ਕਿਸ਼ਤੀ ਨੂੰ ਅਸੀਂ ਕਦੀ ਨਹੀਂ ਛੱਡਾਂਗੇ। ਅਸੀਂ ਹਮੇਸ਼ਾ ਦੇ ਲਈ ਰਿਣੀ ਹਾਂ। ਅਸੀਂ ਤਾਂ ਸ਼ੁਕਰਾਨੇ ਦੇ ਰੂਪ 'ਚ ਇਹਨੂੰ ਸਿਰ 'ਤੇ ਹੀ ਢੋਵਾਂਗੇ। ਵਿਧੀਆਂ ਤਦੇ ਖਤਰਨਾਕ ਹੁੰਦੀਆਂ ਜਦ ਤੁਸੀਂ ਨੀਮ ਬੇਹੋਸ਼ ਹੁੰਦੇ ਹੋ। ਨਹੀਂ ਤਾਂ ਉਹਨਾਂ ਨੂੰ ਬਹੁਤ ਸੋਹਣੇ ਢੰਗ ਨਾਲ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ। ਕੀ ਤੁਸੀਂ ਸੋਚਦੇ ਹੋ ਕਿਸ਼ਤੀ ਖਤਰਨਾਕ ਹੁੰਦੀ ਹੈ? ਉਹ ਤਦੇ ਖਤਰਨਾਕ ਹੋ ਸਕਦੀ ਹੈ ਜਦ ਤੁਸੀਂ ਸ਼ੁਕਰਾਨੇ ਨਾਲ ਭਰ ਕੇ ਉਹਨੂੰ ਜ਼ਿੰਦਗੀ ਭਰ ਆਪਣੇ ਸਿਰ 'ਤੇ ਢੋਣ ਦੀ ਸੋਚੋ। ਨਹੀਂ ਤਾਂ ਉਹ ਬਸ ਵਰਤੋਂ 'ਚ ਲਿਆ ਕੇ ਛੱਡ ਦੇਣ ਯੋਗ ਹੈ। ਵਰਤੋਂ 'ਚ ਲਿਆ ਕੇ ਤਿਆਗ ਦੇਣ ਯੋਗ ਇੱਕ ਸਾਧਨ ਹੈ। ਵਰਤ ਲੈਣ ਪਿੱਛੋਂ ਫਿਰ ਮੁੜ ਕੇ ਉਸ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ। ਉਸ 'ਚ ਕੋਈ ਸਾਰ ਵੀ ਨਹੀਂ ਹੈ। ਤੁਸੀਂ ਦਵਾਈ ਨੂੰ ਛੱਡ ਦਿਓ, ਆਪਣੇ ਆਪ ਹੀ ਆਪਣੇ ਸਰੂਪ 'ਚ ਠਹਿਰਨ ਲੱਗੋਗੇ। ਮਨ ਨਾ ਨੁੱਕਰ ਕਰਦਾ ਰਹਿੰਦਾ ਹੈ।
ਉਹ ਤੁਹਾਨੂੰ ਆਪਣੇ ਸਰੂਪ 'ਚ ਠਹਿਰਨ ਨਹੀਂ ਦਿੰਦਾ। ਉਹ ਤੁਹਾਨੂੰ ਅਜਿਹੀਆਂ ਚੀਜ਼ਾਂ ਵਿੱਚ ਉਲਝਾਈ ਰੱਖਦਾ ਜੋ ਤੁਸੀਂ ਨਹੀਂ ਹੋ। ਜਿਵੇਂ ਕਿਸ਼ਤੀ, ਜਦ ਤੁਸੀਂ ਕੁਝ ਵੀ ਨਹੀਂ ਪਕੜਦੇ ਤਾਂ ਕਿਤੇ ਜਾਣ ਨੂੰ ਵੀ ਨਹੀਂ ਬਚਦਾ। ਕਿਸ਼ਤੀਆਂ ਛੁੱਟ ਗਈਆਂ, ਤੁਸੀਂ ਕਿਤੇ ਨਹੀਂ ਜਾ ਸਕਦੇ। ਸਭ ਰਾਹ ਛੁੱਟ ਗਏ, ਤੁਸੀਂ ਕਿਤੇ ਨਹੀਂ ਜਾ ਸਕਦੇ। ਸਭ ਸੁਪਨੇ ਅਤੇ ਕਾਮਨਾਵਾਂ ਮਿਟ ਗਈਆਂ, ਹੁਣ ਅੱਗੇ ਜਾਣ ਦਾ ਉਪਾਅ ਨਾ ਰਿਹਾ। ਫਿਰ ਵਿਸ਼ਰਾਮ ਆਪਣੇ ਆਪ ਹੀ ਵਾਪਰਦਾ ਹੈ। ਜਰਾ ਵਿਸ਼ਰਾਮ ਸ਼ਬਦ 'ਤੇ ਵਿਚਾਰ ਕਰੋ। ਬਸ ਹੋਵੋ, ਠਹਿਰ ਜਾਓ, ਤੁਸੀਂ ਘਰ ਆ ਗਏ। ਇੱਕ ਛਿਨ ਨੂੰ ਸਭ ਪਾਸੇ ਮੈਂ ਕੁੱਭਰੀ, ਅਗਲੇ ਛਿਨ ਤੁਸੀਂ ਉਹਨੂੰ ਲੱਭ ਰਹੇ ਹੋ ਅਤੇ ਲੱਭ ਨਹੀਂ ਪਾ ਰਹੇ ਹੋ। ਕਿੱਥੇ ਗਈ? ਸ਼ੁਰੂ ਵਿੱਚ ਸਿਰਫ ਝਲਕਾਂ ਮਿਲਣਗੀਆਂ, ਹੌਲੀ ਹੌਲੀ ਉਹ ਠੋਸ ਹੁੰਦੀਆਂ ਜਾਣਗੀਆਂ, ਵਧੇਰੇ ਥਿਰ ਹੁੰਦੀਆਂ ਜਾਣਗੀਆਂ। ਹੌਲੀ ਹੌਲੀ, ਹੌਲੀ ਹੌਲੀ, ਬਹੁਤ ਹੌਲੀ ਜਿਹੀ ਉਹ ਸਦਾ ਲਈ ਠਹਿਰ ਜਾਣਗੀਆਂ। ਉਸ ਤੋਂ ਪਹਿਲਾਂ ਤੁਸੀਂ ਉਹਨੂੰ ਮਿਲਿਆ ਹੀ ਹੋਇਆ ਨਹੀਂ ਸਮਝ ਸਕਦੇ। ਇਹ ਇੱਕ ਭੁੱਲ ਹੋਏਗੀ। ਜਦ ਤੁਸੀਂ ਧਿਆਨ 'ਚ ਸਾਧਨਾ ਕਾਲ 'ਚ ਬੈਠੇ ਹੋਗੇ ਤਾਂ ਅਜਿਹਾ ਹੋਏਗਾ, ਲੇਕਿਨ ਫਿਰ ਇਹ ਚਲਿਆ ਵੀ ਜਾਏਗਾ। ਧਿਆਨ ਦੀਆਂ ਦੋ ਘਟਨਾਵਾਂ ਦੇ ਵਿਚਾਲੇ ਤੁਸੀਂ ਕੀ ਕਰਨਾ? ਵਿਧੀ ਨੂੰ ਜਾਰੀ ਰੱਖੋ। ਜਦ ਤੁਸੀਂ ਗਹਿਰੇ ਧਿਆਨ 'ਚ ਪਹੁੰਚ ਜਾਓ ਤਾਂ ਵਿਧੀ ਨੂੰ ਛੱਡ ਦਿਓ। ਜਿਵੇਂ ਜਿਵੇਂ ਜਾਗਰੂਕਤਾ ਸ਼ੁੱਧ ਹੁੰਦੀ ਜਾਂਦੀ ਹੈ, ਇੱਕ ਛਿਨ ਆਉਂਦਾ ਹੈ। ਜਦ ਅਚਾਨਕ ਉਹ ਬਿਲਕੁਲ ਸ਼ੁੱਧ ਹੋ ਜਾਂਦੀ ਹੈ, ਤਦ ਵਿਧੀ ਨੂੰ ਛੱਡ ਦਿਓ। ਵਿਧੀ ਨੂੰ ਤਿਆਗ ਦਿਓ। ਦਵਾਈ ਦੇ ਸੰਬੰਧ ਵਿੱਚ ਸਭ ਭੁੱਲ ਜਾਓ। ਬਸ ਠਹਿਰੋ ਅਤੇ ਹੋ ਰਹੋ। ਪਰ ਸ਼ੁਰੂ ਵਿੱਚ ਅਜਿਹਾ ਕੁਝ ਛਿਨ ਦੇ ਲਈ ਹੋਏਗਾ। ਕਈ ਵਾਰ ਇੱਥੇ ਮੈਨੂੰ ਸੁਣਦੇ ਹੋਏ ਵੀ ਅਜਿਹਾ ਹੋ ਜਾਂਦਾ ਹੈ। ਇੱਕ ਛਿਨ ਦੇ ਲਈ ਹਵਾ ਦੇ ਇੱਕ ਬੁੱਲੇ ਵਾਂਗ ਤੁਸੀਂ ਦੂਜੇ ਲੋਕ ਵਿੱਚ, ਅਮਨੀ ਲੋਕ 'ਚ ਪਹੁੰਚ ਜਾਂਦੇ ਹੋ। ਇੱਕ ਛਿਨ ਦੇ ਲਈ ਤੁਸੀਂ ਜਾਣਦੇ ਹੋ, ਲੇਕਿਨ ਇੱਕ ਹੀ ਛਿਨ ਦੇ ਲਈ, ਅਤੇ ਫਿਰ ਦੁਬਾਰਾ ਹਨੇਰਾ ਘੇਰਾ ਆਉਂਦਾ ਹੈ। ਮਨ ਆਪਣੇ ਸਾਰੇ ਸੁਪਨੇ ਲਈ, ਸਾਰੀਆਂ ਕਾਮਨਾਵਾਂ ਅਤੇ ਮੂਰਖਤਾਈਆਂ ਲਈ ਫਿਰ ਤੋਂ ਮੁੜ ਆਉਂਦਾ ਹੈ। ਇੱਕ ਛਿਨ ਲਈ ਮੇਘ ਛੰਡ ਗਏ, ਤੁਹਾਨੂੰ ਸੂਰਜ ਦੇ ਦਰਸ਼ਨ ਹੋਏ। ਹੁਣ ਮੇਘ ਫਿਰ ਤੋਂ ਘੇਰਾ ਹੈ, ਹਨੇਰਾ ਛਾ ਗਿਆ, ਸੂਰਜ ਛੁਪ ਗਿਆ। ਹੁਣ ਤਾਂ ਇਹ ਵਿਸ਼ਵਾਸ ਕਰ ਸਕਣਾ ਕਠਿਨ ਹੋਏਗਾ ਕਿ ਸੂਰਜ ਹੈ ਵੀ। ਹੁਣ ਤਾਂ ਇਹ ਵਿਸ਼ਵਾਸ ਵੀ ਕਰ ਸਕਣਾ ਕਠਿਨ ਹੋਏਗਾ ਕਿ ਛਿਨ ਭਰ ਪਹਿਲਾਂ ਜੋ ਅਨੁਭਵ ਹੋਇਆ ਉਹ ਸੱਚ ਸੀ। ਹੋ ਸਕਦਾ ਉਹ ਭਰਮ ਰਿਹਾ ਹੋਵੇ। ਸ਼ਾਇਦ ਮਨ ਕਹੇ ਉਹ ਇੱਕ ਕਲਪਨਾ ਹੀ ਰਹੀ ਹੋਵੇ। ਇਹ ਅਨੁਭਵ ਇੰਨਾ ਬੇਭਰੋਸੇਯੋਗ ਹੈ ਕਿ ਤੁਹਾਨੂੰ ਵਾਪਰਿਆ ਹੋਵੇ ਇਹ ਅਸੰਭਵ ਹੀ ਲੱਗਦਾ ਹੈ। ਮਨ ਦੀਆਂ ਇਹਨਾਂ ਸਾਰੀਆਂ ਮੂਰਖਤਾਵਾਂ, ਇਹਨਾਂ ਸਭ ਮੇਘਾਂ ਦੇ ਹਨੇਰੇ ਦੇ ਬਾਵਜੂਦ ਇਹ ਘਟਨਾ ਤੁਹਾਡੇ 'ਤੇ ਵਾਪਰੀ। ਇੱਕ ਛਿਨ ਲਈ ਤੁਹਾਨੂੰ ਸੂਰਜ ਦੇ ਦਰਸ਼ਨ ਹੋਏ। ਇਹ ਸੰਭਵ ਨਹੀਂ ਲੱਗਦਾ। ਲੱਗਦਾ ਜ਼ਰੂਰ ਤੁਸੀਂ ਉਹਦੀ ਕਲਪਨਾ ਕੀਤੀ ਹੋਏਗੀ। ਸ਼ਾਇਦ ਤੁਸੀਂ ਉਹਦਾ ਸੁਪਨਾ ਵੇਖਿਆ ਹੋਵੇ। ਦੋ ਝਲਕਾਂ ਦੇ ਵਿਚਾਲੇ ਫਿਰ ਤੋਂ ਸ਼ੁਰੂ ਕਰੋ। ਕਿਸ਼ਤੀ ਵਿੱਚ ਉਤਰੋ, ਕਿਸ਼ਤੀ ਦੀ ਫਿਰ ਤੋਂ ਵਰਤੋਂ ਕਰੋ। ਕਲਪਨਾ ਤੁਹਾਡੇ ਲਈ ਕੰਮ ਕਰ ਸਕਦੀ ਹੈ। ਪਹਿਲਾਂ ਤੁਸੀਂ ਇਹ ਸਮਝ ਲੈਣਾ ਕਿ ਕਲਪਨਾ ਹੈ ਕੀ। ਅੱਜ ਕੱਲ੍ਹ ਇਹ ਕਾਫੀ ਨਿੰਦਿਤ ਸ਼ਬਦ ਹੈ। ਜਿਵੇਂ ਕਲਪਨਾ ਸ਼ਬਦ ਸੁਣਦੇ ਹੋ ਤੁਸੀਂ ਕਹਿੰਦੇ ਹੋ ਇਹ ਤਾਂ ਵਿਅਰਥ ਹੈ। ਅਸੀਂ ਕੁਝ ਅਸਲੀ ਚਾਹੁੰਦੇ ਹਾਂ, ਕਾਲਪਨਿਕ ਨਹੀਂ। ਪਰ ਕਲਪਨਾ ਤੁਹਾਡੇ ਅੰਦਰ ਵੀ ਇੱਕ ਅਸਲੀਅਤ ਹੈ, ਇੱਕ ਸਮਰੱਥਾ ਹੈ, ਇੱਕ ਸੰਭਾਵਨਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ। ਇਹ ਤੋਂ ਪਤਾ ਲੱਗਦਾ ਹੈ ਤੁਹਾਡੇ ਪ੍ਰਾਣ ਕਲਪਨਾ ਕਰਨ 'ਚ ਸਮਰੱਥ ਹਨ। ਇਹ ਸਮਰੱਥਾ ਇੱਕ ਹਕੀਕਤ ਹੈ। ਇਸ ਕਲਪਨਾ ਦੇ ਦੁਆਰਾ ਤੁਸੀਂ ਖੁਦ ਨੂੰ ਮਿਟਾ ਵੀ ਸਕਦੇ ਹੋ ਅਤੇ ਬਣਾ ਵੀ ਸਕਦੇ ਹੋ। ਇਹ ਤੁਹਾਡੇ 'ਤੇ ਨਿਰਭਰ ਹੈ। ਕਲਪਨਾ ਬਹੁਤ ਸ਼ਕਤੀਸ਼ਾਲੀ ਹੈ। ਉਹ ਹੋ ਸਕਣ ਦੇ ਯੋਗ ਸ਼ਕਤੀ ਹੈ। ਕਲਪਨਾ ਕੀ ਹੈ? ਕਲਪਨਾ ਹੈ ਕਿਸੇ ਧਾਰਨਾ ਵਿੱਚ ਇੰਨੇ ਗਹਿਰੇ ਚਲੇ ਜਾਣਾ ਕਿ ਉਹ ਧਾਰਨਾ ਹੀ ਹਕੀਕਤ ਬਣ ਜਾਏ। ਜਿਵੇਂ ਤਿੱਬਤ ਵਿੱਚ ਉਪਯੋਗ ਹੋਣ ਵਾਲੀ ਇੱਕ ਵਿਧੀ ਦੇ ਸੰਬੰਧ 'ਚ ਤੁਸੀਂ ਸੁਣਿਆ ਹੋਣਾ, ਉਹਨੂੰ ਊਸ਼ਮਾ ਯੋਗ ਕਹਿੰਦੇ ਹੈ। ਸਰਦ ਰਾਤ ਹੈ, ਬਰਫ਼ ਡਿੱਗ ਰਹੀ ਹੈ, ਤਿੱਬਤੀ ਲਾਮਾ ਖੁੱਲ੍ਹੇ ਅਸਮਾਨ ਹੇਠਾਂ ਨਗਨ ਖੜਾ ਹੋ ਜਾਏਗਾ। ਤਾਪਮਾਨ 0 ਤੋਂ ਹੇਠਾਂ ਹੈ। ਤੁਸੀਂ ਤਾਂ ਮਰ ਨਹੀਂ ਲੱਗੋਗੇ, ਜੰਮ ਜਾਓਗੇ। ਲੇਕਿਨ ਲਾਮਾ ਇੱਕ ਵਿਧੀ ਦਾ ਅਭਿਆਸ ਕਰ ਰਿਹਾ ਹੈ। ਉਹ ਕਲਪਨਾ ਕਰ ਰਿਹਾ ਹੈ ਕਿ ਉਹਦਾ ਸਰੀਰ ਇੱਕ ਭਖਦੀ ਹੋਈ ਅੱਗ ਹੈ ਅਤੇ ਉਸ 'ਚੋਂ ਪਸੀਨਾ ਨਿਕਲ ਰਿਹਾ। ਇੰਨੀ ਗਰਮੀ ਹੈ, ਉਹਦਾ ਪਸੀਨਾ ਨਿਕਲ ਰਿਹਾ। ਸੱਚਮੁੱਚ ਹੀ ਪਸੀਨਾ ਵਗਣ ਲੱਗਦਾ ਹੈ। ਕੀ ਹੋ ਰਿਹਾ ਹੈ? ਇਹ ਪਸੀਨਾ ਅਸਲੀ ਹੈ। ਉਹਦਾ ਸਰੀਰ ਅਸਲ 'ਚ ਗਰਮ ਹੈ, ਪਰ ਇਹ ਅਸਲੀਅਤ ਕਲਪਨਾ ਨਾਲ ਪੈਦਾ ਕੀਤੀ ਗਈ ਹੈ। ਇੱਕ ਵਾਰ ਤੁਸੀਂ ਆਪਣੀ ਕਲਪਨਾ ਨਾਲ ਲੈਅਬੱਧ ਹੋ ਜਾਓ ਤਾਂ ਸਰੀਰ ਵੀ ਨਾਲ ਕਾਰਜਸ਼ੀਲ ਹੋ ਜਾਂਦਾ ਹੈ।
ਇਸੇ ਤਰ੍ਹਾਂ ਤੁਸੀਂ ਕਿੰਨੇ ਹੀ ਕੰਮ ਕਰ ਰਹੇ ਹੋ ਜੋ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਕਲਪਨਾ ਕਰਵਾ ਰਹੀ ਹੈ। ਕਈ ਵਾਰ ਤੁਸੀਂ ਕਲਪਨਾ ਨਾਲ ਹੀ ਬਹੁਤ ਸਾਰੇ ਰੋਗ ਪੈਦਾ ਕਰ ਲੈਂਦੇ ਹੋ। ਤੁਸੀਂ ਕਲਪਨਾ ਕਰਦੇ ਹੋ ਫਲਾਣਾ ਰੋਗ ਜੋ ਛੂਤ ਨਾਲ ਫੈਲਣ ਵਾਲਾ ਹੈ, ਹਰ ਪਾਸੇ ਫੈਲਿਆ ਹੋਇਆ ਹੈ, ਤੁਸੀਂ ਗ੍ਰਹਿਣਸ਼ੀਲ ਹੋ ਗਏ, ਹੁਣ ਹਰ ਸੰਭਾਵਨਾ ਹੈ ਕਿ ਤੁਸੀਂ ਬਿਮਾਰ ਹੋਗੇ। ਉਹ ਰੋਗ ਅਸਲੀ ਹੋਏਗਾ, ਲੇਕਿਨ ਉਹ ਕਲਪਨਾ ਨਾਲ ਬਣਿਆ ਹੈ। ਕਲਪਨਾ ਇੱਕ ਸ਼ਕਤੀ ਹੈ, ਇੱਕ ਊਰਜਾ ਹੈ। ਮਨ ਉਹਦੇ ਨਾਲ ਚੱਲਦਾ ਹੈ। ਜਦ ਮਨ ਉਸ ਨਾਲ ਚੱਲਦਾ ਹੈ ਤੇ ਸਰੀਰ ਵੀ ਪਿੱਛੇ ਚੱਲਦਾ ਹੈ। ਤੰਤਰ ਪਰੰਪਰਾ ਤੇ ਪੱਛਮੀ ਸੰਮੋਹਨ ਵਿੱਚ ਇਹੀ ਫਰਕ ਹੈ। ਸੰਮੋਹਨ ਵਿੱਚ ਮੰਨਦਾ ਹੈ ਕਿ ਤੁਸੀਂ ਕਲਪਨਾ ਨਾਲ ਕੁਝ ਬਣਾ ਰਹੇ ਹੋ। ਤੰਤਰ ਦਾ ਮੰਨਣਾ ਹੈ ਕਿ ਤੁਸੀਂ ਉਹਨੂੰ ਬਣਾ ਨਹੀਂ ਰਹੇ। ਕਲਪਨਾ ਦੁਆਰਾ ਤੁਸੀਂ ਬਸ ਉਹਨੂੰ ਲੈਅਬੱਧ ਕਰ ਰਹੇ ਹੋ ਜੋ ਪਹਿਲਾਂ ਤੋਂ ਹੀ ਹੈ। ਕਲਪਨਾ ਦੁਆਰਾ ਤੁਸੀਂ ਜੋ ਵੀ ਬਣਾਓਗੇ ਉਹ ਸਥਾਈ ਨਹੀਂ ਹੋ ਸਕਦਾ। ਜੇ ਉਹ ਅਸਲੀਅਤ ਨਹੀਂ ਹੈ ਤਾਂ ਝੂਠ ਹੈ, ਬਨਾਵਟੀ ਹੈ। ਤੁਸੀਂ ਇੱਕ ਭਰਮ ਤਿਆਰ ਕਰ ਰਹੇ ਹੋ। ਧੰਨਵਾਦ।